ਸਮੱਸਿਆ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਆਣ ਦਿੰਦਾ ਹੈ, ਪਰ ਆਉਂਦੀ ਕਿਉਂ ਹੈ? ਜਦੋਂ ਅਸੀਂ ਪਿਤਾ ਦੇ ਨਿਯਮਾਂ ਦੇ ਅਨੁਸਾਰ, ਰਸੂਲਾਂ ਦੇ ਅਨੁਸਾਰ, ਜੋ ਉਹਦੇ ਅਸੂਲ ਹੈ ਉਸ ਦੇ ਅਨੁਸਾਰ ਜੀਵਨ ਨਹੀਂ ਜੀਂਦੇ, ਉਦੋਂ ਸਾਡੇ ਜੀਵਨ 'ਚ ਕੀ ਆਉਂਦੀ ਹੈ? ਪਰੇਸ਼ਾਨੀ। ਪਰ ਪਿਤਾ ਦੇਣਾ ਨਹੀਂ ਚਾਹੁੰਦਾ ਹੈ, ਪਰ ਉਸ ਦੇ ਵਿੱਚ ਵੀ ਉਹ ਸਮਝਾਉਂਦਾ ਹੈ ਕਿ ਉਹ ਮੁੜਨ ਅਤੇ ਮੇਰੇ ਕੋਲ ਉਸ ਵਸਤੂ ਨੂੰ ਪ੍ਰਾਪਤ ਕਰ। ਪਰ ਮੈਂ ਸਮਝਦਾ ਹਾਂ ਕਿ ਬਹੁਤ ਘੱਟ ਲੋਕ ਹੈ ਜਿਹੜੇ ਇਸ ਗੱਲ ਨੂੰ ਸਮਝ। ਕਿਸੇ ਨੂੰ ਬੁਖਾਰ ਹੋਵੇ ਚੜਿਆ, ਜਾਂ ਕਿਸੇ ਨੂੰ ਕਰਜ਼ ਚੜਿਆ ਹੋਵੇ, ਜਾਂ ਕਰਜ਼ਦਾਰ ਉਸ ਨੂੰ ਸਤਾਉਂਦਾ ਹੋਵੇ, ਜਾਂ ਉਸ ਦੇ ਜੀਵਨ ਦੇ ਵਿੱਚ ਉਸ ਨੂੰ ਕੋਈ ਨਾ ਕੋਈ ਚਿੰਤਾ ਸਤਾਉਂਦੀ ਹੋਵੇ, ਬਹੁਤ ਘੱਟ ਹੈ ਲੋਕ ਸੋਚਦੇ ਕਿ ਇਹ ਕਿਉਂ ਮੇਰੇ ਜੀਵਨ ਦੇ ਵਿੱਚ ਆ ਰਹੀ ਹੈ, ਕਾਰਨ ਕੀ ਹੈ ਇਸ ਦਾ। ਉਹ ਦੁਨੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਲ ਉਸ ਦੀ ਖੋਜ ਕਰਦੇ ਆ। ਮੈਂ ਸੰਸਾਰ ਦੀ ਗੱਲ ਕਰਾਂਗਾ। ਸੰਸਾਰ ਦੇ ਕਈ ਲੋਕਾਂ ਦੇ ਕੋਲ ਜਾਣਗੇ, ਉਹਨਾਂ ਦੇ ਕੋਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਰਵਾਉਣ ਦੀ, ਮਤਲਬ ਕਿ ਉਸਦਾ ਨੂੰ ਅਸੀਂ ਕੀ ਕਹਿੰਦੇ, ਬਾਬਿਆਂ ਕੋਲ ਜਾਣਾ। ਉਹਨਾਂ ਕੋਲ ਜਾਂਦੇ ਨੇ, ਉਹਨਾਂ ਕੋਲ ਕਢਾਉਂਦੇ ਨੇ ਅਤੇ ਕਹਿੰਦੇ ਨੇ ਦੱਸੋ ਸਾਡੇ ਵਿੱਚ ਇਹ ਪ੍ਰੋਬਲਮ ਕਿਉਂ ਆ ਰਹੀ ਹੈ। ਉਹ ਆਪਣਾ ਕਈ ਕੁਝ ਕਰਦੇ ਆ ਤੇ ਕਈ ਚੀਜ਼ਾਂ ਦੇ ਦਿੰਦੇ, ਪਰ ਮਸਲਾ ਫਿਰ ਵੀ ਹੱਲ ਨਹੀਂ ਹੁੰਦਾ। ਕਾਰਨ ਉਸ ਬਾਬੇ ਨੇ ਜਾਂ ਉਸ ਵਿਅਕਤੀ ਨੇ ਮੈਨੂੰ ਜੀਵਨ ਨਹੀਂ ਦਿੱਤਾ ਹੈ। ਉਹ ਵਿਅਕਤੀ ਮੈਨੂੰ ਸੰਸਾਰ ਦੇ ਵਿੱਚ ਲੈ ਕੇ ਨਹੀਂ ਆਇਆ ਹੈ। ਮੈਨੂੰ ਲੈ ਕੇ ਕੌਣ ਆਇਆ? ਆਵਰ ਗॉड, ਪਰਮੇਸ਼ਵਰ। ਜੋ ਪਰਮੇਸ਼ਵਰ ਮੈਨੂੰ ਇਸ ਸੰਸਾਰ ਦੇ ਵਿੱਚ ਲੈ ਕੇ ਨਾ ਆਉਂਦਾ ਤਾਂ ਨਾ ਤਾਂ ਮੈਂ ਪਰਮੇਸ਼ਵਰ ਨੂੰ ਜਾਣ ਸਕਦਾ ਸੀ, ਨਾ ਇਸ ਸੰਸਾਰ ਨੂੰ ਜਾਣ ਸਕਦਾ। ਪਰ ਉਸ ਪਰਮੇਸ਼ਵਰ ਨੇ ਮੇਰੇ ਲਈ ਇੱਕੋ ਹੀ ਰਸਤਾ ਦਿੱਤਾ ਹੋਇਆ ਹੈ। ਮੈਂ ਉਸ ਰਸਤੇ ਦੀ ਭਾਲ ਨਹੀਂ ਕਰਦਾ। ਮੈਂ ਸੰਸਾਰਿਕ ਤਰੀਕਿਆਂ ਦੇ ਨਾਲ ਉਸ ਦੀ ਖੋਜ ਕਰਨੀ ਸ਼ੁਰੂ ਕਰ ਦਿੰਦਾ, ਉਸ ਦੀ ਭਾਲ ਕਰਨੀ ਸ਼ੁਰੂ ਤੇ ਉਸ ਦੇ ਲਈ ਮੈਂ ਪੂਰ ਜ਼ੋਰ ਵੀ ਕਰਦਾ। ਜਦੋਂ ਮੈਂ ਥੱਕ ਹਾਰ ਜਾਂਦਾ ਹਾਂ, ਫਿਰ ਮੈਂ ਇਹ ਕਹਿੰਦਾ ਹੁਣ ਮੇਰੀ ਜ਼ਿੰਦਗੀ ਖਤਮ। ਮੇਰੇ ਕੱਲ ਭਾਈ ਦੀ ਗਵਾਹੀ ਸੁਣੀ ਹੈ, ਕਹਿੰਦਾ ਬਈ ਮਨਾ ਹੁਣ ਜ਼ਿੰਦਗੀ ਖਤਮ। ਪਰ ਪਰਮੇਸ਼ਵਰ ਨੇ ਜ਼ਿੰਦਗੀ ਖਤਮ ਕੀਤੀ ਹੈ ਜੀ? ਜ਼ਿੰਦਗੀ ਦਿੱਤੀ ਹੈ। ਕਿਉਂ ਦਿੱਤੀ ਹੈ? ਭਾਈ ਅੱਛੇ ਤਰੀਕੇ ਨਾਲ ਸਮਝਦਾ ਹੋਵੇਗਾ ਆਪ ਨੂੰ, ਕਿਉਂਕਿ ਉਹਨੂੰ ਜ਼ਿੰਦਗੀ ਮਿਲੀ ਹੈ। ਕਾਹਦੇ ਲਈ? ਕਿ ਇਹ ਜ਼ਿੰਦਗੀ ਜੋ ਮੈਨੂੰ ਦਿੱਤੀ ਗਈ ਹੈ, ਇਸ ਜ਼ਿੰਦਗੀ ਦੇ ਨਾਲ ਮੈਂ ਪਰਮੇਸ਼ਵਰ ਦੀ ਵਡਿਆਈ ਕਰਾਂ, ਜਿਸ ਦੇ ਲਈ ਮੈਨੂੰ ਪਰਮੇਸ਼ਵਰ ਨੇ ਚੁਣਿਆ ਹੈ, ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਬੁਲਾਇਆ ਹੈ। ਇਹ ਜ਼ਿੰਦਗੀ ਜਦੋਂ ਭਾਈ ਨੂੰ ਮਿਲੀ ਹੈ ਤਾਂ ਭਾਈ ਕੀ ਹੋਇਆ ਜੀ ਤੁਹਾਡੇ ਜੀਵਨ 'ਚ? ਮੈਂ ਕਹਿੰਦਾ ਹਾਂ ਇਸ ਤੋਂ ਪਹਿਲਾਂ ਕਿ ਭਾਈ ਨੂੰ ਜ਼ਿੰਦਗੀ ਮਿਲੀ ਹੈ, ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਉਹਨੂੰ ਦੱਸ ਦਿੱਤਾ ਹੈ ਕਿ ਹੁਣ ਮੈਂ ਤੈਨੂੰ ਆਪਣਾ ਕੀ ਕਰਦੇ ਆ, ਆਪਣੇ ਵਿੱਚ ਇੱਕ ਜੀਵਨ ਦੇ ਦਿੱਤਾ ਹੈ। ਤਾਂ ਭਾਈ ਨੂੰ ਆਨੰਦ ਮਿਲਿਆ। ਇਸ ਆਨੰਦ ਦੇ ਨਾਲ ਕਿਹਨਾਂ ਨੂੰ ਆਨੰਦ ਮਿਲਿਆ? ਜਿਹੜੇ ਨਾਲ ਉਹਦੇ ਭੱਜੇ ਸੀ। ਕਿਹਨਾਂ ਨੂੰ ਆਨੰਦ ਮਿਲਿਆ? ਜਿਹੜੇ ਨਾਲ ਗਏ ਸੀ, ਜਿਨ੍ਹਾਂ ਦਾ ਭਰਾ ਸੀ, ਜਿਨ੍ਹਾਂ ਦਾ ਪੁੱਤ ਸੀ, ਜਿਨ੍ਹਾਂ ਦਾ ਸੱਜਣ ਮਿੱਤਰ ਸੀ। ਉਹਨਾਂ ਨੂੰ ਕੀ ਮਿਲੀ ਹੈ? ਖੁਸ਼ੀ। ਉਸ ਭਾਈ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਪਰਮੇਸ਼ਵਰ ਨੂੰ ਸਥਾਨ ਦਿੱਤਾ, ਜਿਸ ਪਰਮੇਸ਼ਵਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ। ਜ਼ਿੰਦਗੀ ਬਚਾਉਣ ਵਾਲਾ ਇੱਕੋ ਹੀ ਹੈ। ਬਾਣੀ ਦੇ ਵਿੱਚ ਲਿਖਿਆ ਹੈ, ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਹੈ ਜਿਸ ਤੋਂ ਅਸੀਂ ਬਚਾਏ ਜਾਣਾ ਹੈ, ਅਰਥਾਤ ਯਿਸੂ ਮਸੀਹ। ਭਾਈ ਨੂੰ ਆਨੰਦ ਮਿਲ ਗਿਆ ਜੀ। ਹਾਂਜੀ, ਜਿਹੜੇ ਹੋਰ ਕੋਈ ਇੱਥੇ ਹੈਗੇ ਜਿਨ੍ਹਾਂ ਨੂੰ ਆਨੰਦ ਨਹੀਂ ਮਿਲਿਆ, ਹੱਥ ਖੜਾ ਕਰ ਸਕਦੇ। ਮਿਲ ਗਿਆ ਜੀ? ਜਿਨ੍ਹਾਂ ਨੂੰ ਨਹੀਂ ਮਿਲਿਆ, ਮੈਂ ਉਹਨਾਂ ਨੂੰ ਕਹਿ ਰਿਹਾ ਹਾਂ, ਧਿਆਨ ਨਾਲ ਸੁਣਨਾ। ਇਹ ਆਨੰਦ ਪਰਮੇਸ਼ਰ ਵੱਲੋਂ ਹੈ। ਇਹਨੂੰ ਖੋਇਓ ਨਾ। ਹੁਣ ਆ ਘੰਟੀ ਵੱਜ ਰਹੀ ਹੈ, ਇਹਨੂੰ ਬੰਦ ਕਰ ਦਿਓ। ਇਹਦੀ ਵੀ ਹੈ। ਕਿਹਦਾ ਵੱਜ ਰਿਹਾ? ਇਹ ਤਾਂ ਮੇਰਾ ਵੀ ਹੈ ਨਹੀਂ ਭਰਾ। ਹਾਂਜੀ, ਕਿੱਥੇ ਵੱਜ ਰਹੀ? ਬਾਬਾ ਨੂੰ ਜੀ अब
ਆਪਣੇ ਆਪਣੇ ਫੋਨ ਸਾਇਲੈਂਟ ਕਰ ਲਓ। ਮੇਰਾ ਕਹਿਣ ਦਾ ਭਾਵ ਕੀ ਹੈ, ਇਹ ਆਨੰਦ ਦੀ ਖਬਰ ਜਿਹੜੀ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ, ਕਿਤੇ ਵੈਰੀ ਚੁੱਕ ਕੇ ਨਾ ਲੈ, ਕਿਉਂਕਿ ਵੈਰੀ ਜਿਹੜਾ ਹੈ ਉਹ ਤੁਹਾਡੇ ਪਿੱਛੇ ਹੀ ਬੈਠਾ ਹੈ। ਕਾਹਦੇ ਲਈ? ਤੁਹਾਨੂੰ ਇਸ ਆਨੰਦ ਤੋਂ ਦੂਰ ਕਰਨ ਦੇ ਲਈ, ਇਸ ਆਨੰਦ ਤੋਂ ਦੂਰ ਹਟਾਉਣ ਦੇ ਲਈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੈਂ ਚਾਹੁੰਦਾ ਹਾਂ ਕਿ ਅਸੀਂ ਉਸ ਵਚਨ ਨੂੰ ਪੜ੍ਹੀਏ ਜਿਹੜਾ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਆਨੰਦ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਮੈਂ ਚਾਹੁੰਦਾ ਹਾਂ ਮੇਰੇ ਨਾਲ ਫਿਲਿੱਪੀਆਂ ਦੀ ਪੁਸਤਕ 4 ਅਧਿਆਏ ਉਸ ਦੀ 1 ਤੋਂ 4। ਸੋ ਹੇ ਮੇਰੇ ਪਿਆਰੇ ਭਰਾਵੋ, ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ, ਜੋ ਮੇਰਾ ਆਨੰਦ ਅਤੇ ਮੁਕਤ ਹੋ, ਤੁਸੀਂ ਇਸੇ ਤਰ੍ਹਾਂ ਹੇ ਪਿਆਰਿਓ ਪ੍ਰਭੂ ਵਿੱਚ ਦ੍ਰਿੜ ਰਹੋ। ਮੈਂ ਯਹੂਦੀਆਂ ਦੇ ਅੱਗੇ ਬੇਨਤੀ ਕਰਦਾ ਅਤੇ ਸੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ। ਹਾਂ, ਮੈਂ ਤੇਰੇ ਅੱਗੇ ਵੀ ਹੇ ਸੱਚੇ ਸਾਥੀ ਮੈਂ ਅਰਦਾਸ ਕਰਦਾ ਹਾਂ, ਜੋ ਤੂੰ ਇਹਨਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੈਮੈਂਸ ਅਤੇ ਹੋਰਨਾਂ ਮੇਰੇ ਨਾਲ ਦੇ ਕੰਮ ਕਰਨ ਵਾਲਿਆਂ ਸਨੇ, ਜਿਨ੍ਹਾਂ ਦੇ ਨਾਮ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ, ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ। ਪ੍ਰਭੂ ਵਿੱਚ ਸਦਾ ਆਨੰਦ ਕਰੋ। ਫੇਰ ਕਹਿੰਦਾ ਹਾਂ, ਪ੍ਰਭੂ ਵਿੱਚ ਸਦਾ ਆਨੰਦ ਕਰੋ। ਮੇਰਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਪ੍ਰਭੂ ਦਾ ਆਨੰਦ। ਪ੍ਰਭੂ ਦਾ ਆਨੰਦ। ਪੌਲਸ ਰਸੂਲ ਜਦੋਂ ਇਹ ਪੱਤਰੀ ਲਿਖ ਰਿਹਾ ਸੀ, ਉਸ ਵੇਲੇ ਉਹਨੂੰ ਖੁਸ਼ੀ ਨਹੀਂ ਸੀ। ਜੇ ਮੈਂ ਕਹਾਂ ਖੁਸ਼ੀ ਸੀ ਆਪਣੇ ਜੀਵਨ ਦੇ ਵਿੱਚ। ਜਦੋਂ ਅਸੀਂ ਦੁੱਖ ਦੇ ਵਿੱਚ ਹੋਈਏ, ਵਿਪਤਾ ਦੇ ਵਿੱਚ ਹੋਈਏ, ਜੇਲ੍ਹ ਦੇ ਵਿੱਚ ਹੋਈਏ, ਕਸ਼ਟ ਦੇ ਵਿੱਚ ਹੋਈਏ, ਤਾਂ ਸਾਨੂੰ ਖੁਸ਼ੀ ਹੁੰਦੀ ਹੈ। ਮੈਂ ਕਹਿੰਦਾ ਨਹੀਂ, ਕਦੇ ਵੀ ਖੁਸ਼ੀ ਨਹੀਂ ਹੁੰਦੀ। ਜਦੋਂ ਪੌਲਸ ਇਹ ਕਿਤਾਬ ਨੂੰ ਲਿਖ ਰਿਹਾ ਸੀ, ਪਰਮੇਸ਼ਵਰ ਦਾ ਦਾਸ, ਤਾਂ ਉਸ ਵੇਲੇ ਉਹ ਜੇਲ੍ਹ ਦੇ ਵਿੱਚ ਸੀ। ਪਰ ਜੇਲ੍ਹ ਦੇ ਵਿੱਚ ਲਿਖਦਿਆਂ ਹੋਇਆ ਵੀ ਉਹ ਕੀ ਕਹਿ ਰਿਹਾ ਹੈ? ਪ੍ਰਭੂ ਵਿੱਚ ਆਨੰਦਿਤ ਹੋ। ਮੈਂ ਫੇਰ ਕਹਿੰਦਾ ਹਾਂ, ਆਨੰਦਿਤ ਹੋ। ਇਹਦਾ 1 ਦਾ 4 ਵੀ ਪੜ੍ਹ ਦੇਣਾ ਮੇਰੇ ਭਾਈ। 1 ਦਾ 4। ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਆਨੰਦ ਨਾਲ ਬੇਨਤੀ ਕਰਦਾ ਹਾਂ। ਦੇਖੋ, ਹਮੇਸ਼ਾ ਪੌਲਸ ਰਸੂਲ ਦੇ ਜੀਵਨ ਵਿੱਚ ਆਨੰਦ ਹੈ। ਹਮੇਸ਼ਾ, ਚਾਹੇ ਉਹ ਦੁੱਖ ਦੇ ਵਿੱਚ ਹੈ, ਚਾਹੇ ਉਹ ਖੁਸ਼ੀ ਦੇ ਵਿੱਚ ਹੈ, ਚਾਹੇ ਉਹ ਗਮ ਦੇ ਵਿੱਚ ਹੈ। ਕਿਉਂ ਖੁਸ਼ ਹੈ? ਕਾਹਤੇ ਖੁਸ਼ ਹੈ? ਇਸ ਭੇਤ ਨੂੰ ਮੈਂ ਆਪ ਨੂੰ ਦੱਸਣਾ ਚਾਹੁੰਦਾ। ਇਹ ਭੇਤ ਦੀ ਗੱਲ ਹੈ, ਇਹ ਸੀਕ੍ਰੇਟ ਹੈ। ਜਦੋਂ ਤੁਹਾਡੇ ਕੋਲ ਵੀ ਇਹ ਭੇਤ ਪਹੁੰਚ ਗਿਆ, ਭਾਵੇਂ ਤੁਸੀਂ ਖੁਸ਼ੀ ਵਿੱਚ ਹੋਵੋ, ਭਾਵੇਂ ਤੁਸੀਂ ਕਮੀ ਵਿੱਚ ਹੋਵੋ, ਪਰਮੇਸ਼ਵਰ ਦਾ ਆਨੰਦ ਸਦਾ ਤੁਹਾਡੇ ਵਿੱਚ ਹੈ। ਇਹ ਆਨੰਦ ਕੀ ਹੈ? ਬਾਈਬਲ ਦੱਸਦੀ ਹੈ, ਮੇਰੇ ਨਾਲ ਜਿਹਨੂੰ ਵੀ ਮਿਲਦਾ ਹੈ, ਰੋਮੀਆਂ ਦੀ ਪੁਸਤਕ 3 ਅਧਿਆਏ ਉਸ ਦੀ 23 ਹੈ। ਕਿਉਂਕਿ ਸਭਨਾਂ ਨੇ ਪਾਪ ਕੀਤਾ ਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਦੇਖੋ, ਇੱਥੇ ਸਾਫ਼ ਤੌਰ ਤੇ ਲਿਖਿਆ, ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਗਏ। ਮਤਲਬ ਕਿ ਉਸਦੇ ਪ੍ਰਤਾਪ, ਉਸਦੇ ਜਲਾਲ ਤੋਂ ਮਹਿਫੂਜ਼ ਹੋ ਗਏ, ਉਸ ਤੋਂ ਦੂਰ ਹੋ ਗਏ। ਕਾਰਨ ਮੇਰੇ ਅਤੇ ਆਪ ਦਾ ਆਨੰਦ ਇਸ ਦੁਨੀਆ ਦੇ ਵਿੱਚ ਹੋਣ ਦਾ ਇੱਕੋ ਹੀ ਕਾਰਨ ਹੈ, ਉਹ ਹੈ ਪਾਪ। ਇਹ ਪਾਪ ਮੇਰੇ ਜੀਵਨ ਦੇ ਵਿੱਚ ਜਿਹੜਾ ਸਦੀਵੀ ਆਨੰਦ ਹੈ, ਜਿਹੜਾ ਮੇਰੇ ਜੀਵਨ ਦੇ ਵਿੱਚ ਅਨੰਤ ਕਾਲ ਦਾ ਆਨੰਦ ਹੈ, ਮੇਰੇ ਵਿੱਚ ਜਿਹੜਾ ਸ਼ਾਂਤੀ ਦਾ ਆਨੰਦ ਹੈ, ਉਸ ਨੂੰ ਉਸਨੇ ਖੋ ਲਿਆ ਹੈ।
और ये पाप एक अजिहा पाप है जेड़ा मेरे जीवन दे विच हर एक कार्य दे विच रुकावट दा कारण है। असी कोई काम करते हैं या किसी काम की करन दी कोशिश करते हैं, वो हुंदा नहीं। असी किसी ना खुशी वंडना चाहते हैं, वो खुशी वंड नहीं होगी। इस तो पहला कि खुशी वंडिए साडे विच दुख है। परमेश्वर दा दास पौलुस जदों असी इस रोमिया दी 7 अध्याय दे विच पढ़दे हां, कहंदा चंगा करना तां मैं चाहुंदा पर चंगा हुंदा नहीं, मैं भला करना तां चाहुंदा पर भला हुंदा नहीं, कारण मेरे विच पाप है। ये पाप कदों मेरे जीवन दे विच आया, किस समय मेरे जीवन दे विच पाप आया? एक इकल्ली बाइबल ही अजिही किताब है जिहड़ी दसदी है पाप कदों होंद दे विच आया, कोई होर नहीं दस सकदा। बाइबल दसदी है आदम अते हवा जदों परमेश्वर ने रचिया और उन्होंने परमेश्वर के हुक्म की नाफरमानी की थी, पाप उन्हां विच प्रवेश कर गया। उपदेशक जो परमेश्वर की बाणी लिखण वाला सब तो बुद्धिमान, वो की लिखता है? परमेश्वर ने आदम नूं बड़ा सीधा करके बनाया। किदां बनाया? बड़ा सीधा करके बनाया। ਉਹਦੇ ਵਿੱਚ ਕਿਸੇ भी प्रकार की गलत गल है नहीं सी, चोरी ਅਤੇ ठगी उसदे विच नहीं सी, बुराई उसदे विच नहीं सी, किसी के प्रति निंदा करना उसदे विच नहीं सी, किसी दे नाल छल कपट करना उसदे विच नहीं सी, गुटबाजियां धड़ेबाजियां उसदे विच नहीं सी। उसदे विच की सी? सिर्फ ते सिर्फ परमेश्वर दे नाल संगत करना, संगत दे विच आनंद अते खुश रहना। पर जदों उसने परमेश्वर की आज्ञा का हुक्म की नाफरमानी, हुक्म की सी? हुक्म भी कोई ज्यादा बड़ा नहीं सी। परमेश्वर ने क्या सारी सृष्टि जो बनाई है, आदम को बनाने तो पहला परमेश्वर ने सारी सृष्टि बनाई है। मेरे भाई जरा यूहन्ना दी अंजील 3 आयत पढ़ दें, एक दी 3 सिर्फ एक दी 3। ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ। सब चीजों का रचेता कौन है? परमेश्वर। कुछ भी उस तो बगैर नहीं बनया है। जे इंसान कहे कि मैं आ चीज बनाई, मैं आ चीज बनाई, नहीं, इस सब का रचेता परमेश्वर है। मनुख को रचने वाला कौन है? परमेश्वर। मनुख के जीवन के अखा देने वाला कौन है? परमेश्वर। मनुख के विच जवान देने वाला कौन है? परमेश्वर। मनुख के जीवन के विच हार्ट जिहड़ा पूरी बॉडी नूं प्योरीफाई करता है, ਉਹਦੇ ਵਿੱਚ अच्छी चीज नूं ढलदा है अते बुरी नूं बाहर कढ दिंदा है, वो परमेश्वर की रचना है। ਇਹ दिमाग है कि जी, और इहदे जे अपरला हिस्सा देखियो बड़ा सख्त है, हौली हौली बढ़ता है। और ਉਹਦੀ मैमरी नूं स्थिर करने वाला कौन है? ਅੱਜ ਅਸੀਂ मोबाइल रखे किन्ने किन्ने जीबी दे, 14 जीबी, मतलब किन्नी जी, पर यह जीबी तो सब तो वड्डी जीबी है जिहड़ी खत्म ही नहीं। और ये द्वारा लेना नहीं पैंदा, डाटा लै लो जी है। ये परमेश्वर ने पहला तो ही फिट की हुई है। ਇਹਦਾ मतलब परमेश्वर ने मनुख नूं बड़ा सीधा और बड़ा साफ करके बनाया। उसदे विच कोई बुरा विचार नहीं सी, कोई बुरी गल नहीं सी, और उसनूं आनंद दिता होया सी, अपनी संगत दा आनंद दिता होया सी। जदों उहदे विच उदासी आई तां उस उदासी नूं भी दूर करन दा सहायक किहने दिता जी? परमेश्वर। क्या बात। पर हुण गलती हो गई। आनंद तो परमेश्वर ने दिता ते आनंद उन्होंने खोया आप है।
ਆਪ ਖੋਇਆ ਹੈ। ਕਿੱਦਾਂ ਖੋਇਆ ਹੈ? ਪਰਮੇਸ਼ਰ ਦੇ ਹੁਕਮ ਦੀ ਨਾਫਰਮਾਨੀ ਕਰਕੇ। ਉਹਨੇ ਕੀ ਕਿਹਾ ਸੀ? बाग दे सारे फल फ्रूट जो भी है, जिया पशु डंगर जो कुछ भी है वो सब तेरा है, तू उदा अधिकारी है। और उस दे नाल ओनू आशीष की दित्ती है? बदो फुलो ते धरती च ब्लैसिंग दित्ती है। पर वो ब्लैसिंग जदों कहते ज्यादा आ जाए ना, समझ नहीं जाती है, कोई ज्यादा ही हो गई है। फिर ख्याल दुनियादारी दे विच चलो आ भी कर लईए, आ भी कर लईए, फस जाते। आदम ते हवा ने भी इदां ही कीता। उन्होंने परमेश्वर की आवाज नूं ना सुनते हुए किहदी आवाज नूं सुनिया? संसार, जिहड़ा संसार दे विरुद्ध संसार दा ईश्वर, जिन्हों असीं इस संसार दे विच किद्दां जाणदे? काल दे नाम दे। किहदे नाम च? काल। कई शैतान दे नाम से जानते। और उन्होंने जीवन दे विच आया है। उन्हें की कीता है? उन्हें भी परमेश्वर की गल दे विच थोड़ी जी गल ऐड करके उन्होंने गल की। भला परमेश्वर ने तुहानूं ये नहीं कहा इस फल दे बारे? जिधर तुसी खाओगे यकून, हाँ इदा ही क्या? पर उन्हें की किया? जदों इदा ही क्या तो उन्हें क्या तुसी निश्चय ना मरोगे। की क्या? प्रभु ने क्या सी 2:17 उत्पत्ति विच, जिधर तू ये फल खावेगा तू निश्चय मर जाएगा। पर वो कहता तू निश्चय ना मर। ऑपोजिट बात। आप खादा ते अपने साथी नूं दे दिता, सहायक जिहड़ा उहदे आनंद दे लई दिता सी। दोने पाप दे विच डिग गए ते उन्हां विचों आनंद जांदा रहा। जदों आनंद गया तो सब तो पहला की गल होई है? की गल होई है जी? हाँ जी, हाँ जी, सब तो पहला की गल होई है? की होया? परमेश्वर आया शाम के वेले बाद च। परमेश्वर ने आवाज लाई है। की आवाज लाई है? ए आदम, ए आदम। तो कहना मैं तो लुकिया पिया डर के। मेरा मतलब सब तो पहला की आया ਉਹਦੇ ਵਿੱਚ? फेयर ऑफ द गॉड। ਜਿਹੜਾ परमेश्वर ਦਾ डर है वो डर ना आਉਂਦੇ ਹੋਏ संसार ਦਾ डर है। मैं तो तेरे कोलोਂ डर गया। ਕਿਹੜੇ ਬੱਚੇ ਆ ਜਿਹੜੇ ਆਪਣੇ ਮਾਂ-ਬਾਪ ਤੋਂ ਡਰਦੇ ਆ? ਹੈ ਜੀ, ਹੈਗਾ ਕੋਈ ਇੱਥੇ ਜਿਹੜੇ ਬੱਚੇ ਆਪਣੇ ਮਾਂ-ਬਾਪ ਤੋਂ ਡਰਦੇ? ਹੈਗਾ ਕੋਈ ਇੱਥੇ? ਮੈਂ ਕਹਿੰਦਾ ਬੱਚਾ ਜੇ ਥੱਲੇ ਵੀ ਡਿੱਗ ਜਾਵੇ ਨਾ ਤਾਂ ਮਾਂ ਨੱਠ ਕੇ ਫਟਾਫਟ ਉਹਨੂੰ ਚੁੱਕਦੀ ਹੈ। ਜੇ ਆਪਣਾ ਮਾਂ ਨੇ ਨਹੀਂ ਦੇਖਿਆ, ਜਦੋਂ ਦੇਖਣਾ ਮਾੜਾ ਫਿਰ ਜ਼ਿਆਦਾ ਰੋਂਦੇ ਇਹ ਚੱਕੂਗੀ ਹੁਣ ਨੱਠ ਕੇ। ਹੈ ਇਹਦਾ ਮਤਲਬ ਉਹਨਾਂ ਦਾ ਪਿਆਰ ਹੈ। माता पिता का बच्चे का एक कनैक्शन जुड़िया हुआ है। पर यह जिस परमेश्वर ने रचा, शायद परमेश्वर ने जिन्हों पैदा किया, शायद जिसनों परमेश्वर ने अपनी संगति दी, शायद जिसनों परमेश्वर ने अपना आनंद उसके जीवन के विच दिता, वो की हो गया? परमेश्वर तो डर के उहदे कोलों दूर नठन लग गया। अज लोगों के विच कुछ इहो जी गल है, जदों कह दीए ना संगत है, तो संगत के विच कदों जाते हैं पता? मैं ज्यादातर देखता कई तो उदों आते जदों वो खत्म भी हो गई। चलो सॉरी भाजी गलती हो गई, सानू पता नहीं सीगा। कई लोग जो संगत के बारे ठीक है जी आवांगे, फिर बाद चो मैसेज आता भाजी काम पै गया सी इस करके आए। परमेश्वर की संगत तो दूर भजना आदम उदों दा भज रहा है जदों दा पाप दे विच डिग्या। जे संगत दे विच आ भी जाऊगा तो भी की होगा? पता की होगा जी? पाप का गवाह, नींद ज्यादा आती है। मैं कहना सारी नींद उदों पूरी होती है
जे इतने फोन हैगा मेरे को हैगा आ फोन जड़ा है ना ऐसा करके रखना, ऐसा रखना। घंटी आ गई उठ के फटाफट बाहर। ਇਹ ਸ਼ੈਤਾਨ ਦੀਆਂ ਯੁਕਤੀਆਂ ਤੇ ਚਲਾਕੀਆਂ ਸਾਡੇ ਅੱਗੇ ਹੈ। ਇਹ ਸਾਨੂੰ ਪਰਮੇਸ਼ਰ ਦੇ ਆਨੰਦ ਦੇ ਕੋਲ ਜਾਣ ਨਹੀਂ ਦੇਣਾ ਚਾਹੀਦਾ। ਮੈਂ ਪਹਿਲਾਂ ਹੀ ਲਿਖ ਕੇ ਲਾਇਆ ਹੁੰਦਾ ਆਪਣੇ ਇੱਥੇ ਅੰਦਰ ਪੜਦੇ ਨਾ ਐਂਟਰੀ ਤੇ ਲਿਖਿਆ ਸੰਗਤ ਦੇ ਵਿੱਚ ਮੋਬਾਈਲ ਬੰਦ ਕਰ ਦਿਓ ਤੇ ਸਵਿਚ ਆਨ ਨਹੀਂ ਹੋਣਾ ਚਾਹੀਦਾ। ਮੈਂ ਸਾਇਲੈਂਟ ਵੀ ਨਹੀਂ ਲਿਖਿਆ, ਹੁਣ ਮੈਂ ਲਿਖਿਆ ਬੰਦ ਹੀ ਕਰ ਦਿਓ। ਕਾਰਨ ਤੁਹਾਡੀ ਸੰਗਤ ਕਿਹਦੇ ਨਾਲ ਹੋਵੇ, ਤੁਹਾਡਾ ਆਨੰਦ ਕਿਹਦੇ ਨਾਲ ਹੋਵੇ, ਤੁਹਾਨੂੰ ਬਰਕਤ ਕਿਹਦੇ ਕੋਲ ਮਿਲੇ। ਸੰਸਾਰ ਦੀ ਬਰਕਤ ਤਾਂ ਥੋੜੇ ਦੇਰ ਦੀ ਹਾਂਜੀ। ਕਈ ਬੰਦੇ ਨੇ ਕਿਸੇ ਨੇ ਵਿਆਹ ਕਰਾਇਆ, ਵਿਆਹ ਦੇ ਦੂਜੇ ਦਿਨ ਮੈਂ ਮਿਲਿਆ ਉਹਨੂੰ, ਮੈਂ ਕਿਹਾ ਭਾਈ ਕਿੱਦਾਂ, ਕਹਿੰਦਾ ਪੁੱਛ ਨਾ ਕਰਜ਼ਾ ਹੀ ਦਿੰਦਾ ਫਿਰਦਾ। ਵਿਆਹ ਤਾਂ ਕਰਾ ਕਰਜ਼ੇ ਦਿੰਦਾ ਫਿਰਦਾ, ਹਜੇ ਤੱਕ ਉਤਰਦੇ ਨਹੀਂ। ਇਹਦਾ ਮਤਲਬ ਵਿਆਹ ਵੀ ਕਿੱਦਾਂ ਕੀਤਾ ਜੀ, ਪਰਮੇਸ਼ਰ ਦੇ ਆਨੰਦ ਨਾਲ ਹੈ। ਪਰਮੇਸ਼ਰ ਸਾਡਾ ਪਰਮੇਸ਼ਰ ਅਜਿਹਾ ਪਰਮੇਸ਼ਰ ਹੈ, ਉਹ ਸਾਨੂੰ ਕਦੇ ਵੀ ਦੁਖੀ ਨਹੀਂ ਰਹਿਣ ਦਿੰਦਾ ਹੈ। ਜਿਸ ਤਰ੍ਹਾਂ ਬੱਚਿਆਂ ਦੇ ਲਈ ਮਾਂ-ਬਾਪ ਕੋਸ਼ਿਸ਼ ਕਰਦੇ ਹੈ ਕਿ ਸਾਡੇ ਬੱਚੇ ਦਾ ਸਟੇਟਸ ਉੱਚਾ ਹੋਵੇ ਅਤੇ ਉਸੇ ਰਾਹੀਂ ਸਾਡਾ ਨਾਮ ਉੱਚਾ ਹੋਵੇ। ਬੱਚਿਆਂ ਦਾ ਸਟੇਟਸ ਉੱਚਾ ਹੋਵੇ ਅਤੇ ਉਹਨਾਂ ਦੇ ਰਾਹੀਂ ਸਾਡਾ ਨਾਮ ਉੱਚਾ ਹੋਵੇ। ਤੇ ਪਰਮੇਸ਼ਰ ਵੀ ਇਹੋ ਚਾਹੁੰਦਾ ਹੈ, ਉਹਦੀ ਵੀ ਇਹੋ ਸੋਚ ਹੈ। ਪਾਪ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਲੈ ਕੇ ਜਾ ਰਿਹਾ। ਕਿੱਥੇ ਲੈ ਕੇ ਜਾ ਰਿਹਾ? ਮੌਤ ਦੇ ਕੋਲ। ਕਿੱਥੇ ਲੈ ਕੇ ਜਾ ਰਿਹਾ ਜੀ? ਮੌਤ ਕੋਲ। ਜਦੋਂ ਆਦਮ ਤੇ ਹਵਾ ਨੇ ਗਲਤੀ ਕੀਤੀ, ਕੀ ਆਇਆ? ਕੀ ਆ ਗਈ? ਮੌਤ ਆ ਗਈ। ਇੱਕ ਤਾਂ ਡਰ ਗਏ, ਪਰਮੇਸ਼ਰ ਤੋਂ ਦੂਰ ਹੋ ਗਏ। ਦੂਸਰਾ ਉਹਨਾਂ ਦੀਆਂ ਮਤਲਬ ਤੀਸਰੀ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਕਾਹਦੇ ਲਈ ਖੁੱਲ ਗਈਆਂ? ਪਾਪ ਦੇ। ਕਾਹਦੇ ਲਈ? ਆਤਮਿਕਤਾ ਦੇ ਲਈ, ਪਾਪ ਦੇ ਲਈ। ਪਰ ਫਿਰ ਵੀ ਪਰਮੇਸ਼ਰ ਸਾਡਾ ਚੰਗਾ ਪਰਮੇਸ਼ਰ ਹੈ, ਜਿਹਨੇ ਸਾਡੀ ਨਿਰਲੱਜਾ ਨੂੰ ਢੱਕਿਆ ਹੈ। ਕੀ ਕੀਤਾ ਹੈ? ਨਿਰਲੱਜਾ ਨੂੰ ਢੱਕਿਆ ਹੈ। ਮੇਰੇ ਨਾਲ ਰੋਮੀਏ 6 ਦਾ 23 ਪੜ੍ਹਨਾ ਜਰਾ। ਮੈਂ ਹੁਣ ਤੁਹਾਨੂੰ ਆਨੰਦ ਦੇ ਕੋਲ ਲੈ ਕੇ ਜਾਵਾਂਗਾ। ਪਾਪ ਦੀ ਮਜ਼ਦੂਰੀ ਤਾਂ ਮੌਤ। ਕਿਸੇ ਨੇ ਸਿਖਾਈਆਂ? ਮਾਪੇ ਕਿੱਥੇ? ਮਾਪਿਆਂ ਨੇ ਸਿਖਾਈਆਂ ਨਹੀਂ, ਲੇਕਿਨ ਅੰਦਰੋਂ ਆ ਗਿਆ। ਇਹ ਡਰਦਾ ਵੀ ਹੈ। ਇਹਨੂੰ ਡਰ ਕਿੱਥੋਂ ਆਇਆ? ਮਾਪਿਆਂ ਨੇ ਤਾਂ ਸਿਖਾਇਆ ਨਹੀਂ। ਕਿੱਥੋਂ ਆ ਰਿਹਾ ਹੈ? ਬਾਬੇ ਆਦਮ ਦੇ ਸੁਭਾਅ ਤੋਂ ਨਾਲ ਹੀ ਜਿਹੜੀ ਵਿਰਾਸਤ ਹੁੰਦੀ ਹੈ ਨਾ, ਕਹਿੰਦੇ ਮੇਰੇ ਤੋਂ ਬਾਅਦ ਜ਼ਮੀਨ ਜਿਹੜੀ ਹੈ ਮੇਰੇ ਬੱਚਿਆਂ ਦੀ, ਉਹ ਨਾਲ ਹੀ ਆ ਰਹੀ ਹੈ। ਕਦੀ ਪਾਪ ਦੀ, ਆਨੰਦ ਦੀ ਨਹੀਂ ਆ ਰਹੀ, ਖੁਸ਼ੀ ਦੀ ਨਹੀਂ ਆ ਰਹੀ। ਕਿੱਥੋਂ ਆ ਰਹੀ ਜੀ? ਪਰ ਦਾਊਦ ਕੀ ਕਹਿੰਦਾ ਹੈ, ਉਹ ਵੀ ਪੜ੍ਹਦੇ ਹੋ ਜੀ ਮੇਰੇ ਵੀਰ ਜੀ। ਜਬੂ 50 ਉਹਦਾ 5 ਆਇਤ ਪੜ੍ਹਨਾ। 51 ਦੀ। ਵੇਖ ਮੈਂ ਬਦੀ ਵਿੱਚ ਜੰਮਿਆ ਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਦੇਖੋ ਪਰਮੇਸ਼ਰ ਦਾ ਦਾਸ ਦਾਊਦ ਕੀ ਕਹਿ ਰਿਹਾ ਹੈ? ਵੇਖ ਮੈਂ ਪਾਪ ਦੇ ਨਾਲ ਪੈਦਾ ਹੋਇਆ ਅਤੇ ਪਾਪ ਦੇ ਨਾਲ ਮੇਰੀ ਮਾਂ ਨੇ ਮੈਨੂੰ ਗਰਭ ਦੇ ਵਿੱਚੋਂ ਜਨਮ ਦਿੱਤਾ। ਤੁਹਾਨੂੰ ਪਤਾ ਸਾਡੀ ਜਿਹੜੀ ਸੰਤਾਨ ਹੈ ਕਿੱਦਾਂ ਪੈਦਾਇਸ਼ ਹੈ, ਕਿੱਦਾਂ ਇਹਦੀ ਪੈਦਾਇਸ਼, ਇਹਦੇ ਵਿੱਚ ਡਰ ਕਿੱਦਾਂ ਆ ਰਿਹਾ, ਇਹਦੇ ਵਿੱਚ ਪਾਪ ਕਿੱਦਾਂ ਪਨਪ ਰਿਹਾ, ਤੁਸੀਂ ਜਾਣਦੇ ਹੋ? ਇਹ ਮੇਰੀ ਅਤੇ ਮੇਰੀ ਪਤਨੀ ਦੀ ਅਭਿਲਾਸ਼ਾ ਦੇ ਨਾਲ ਪੈਦਾ ਹੋਇਆ ਹੈ। ਪਰਮੇਸ਼ਰ ਨੇ ਦਿੱਤਾ ਜ਼ਰੂਰ ਹੈ, ਪਰ ਮੇਰੀ ਅਤੇ ਮੇਰੀ ਪਤਨੀ ਦੀ ਅਭਿਲਾਸ਼ਾ ਨਾਲ ਪੈਦਾ। ਤੇ ਜਿਹੜੀ ਅਭਿਲਾਸ਼ਾ ਹੈ ਉਹ ਕੀ ਹੈ?
पाप किया जी पाप ਜਿਹੜੀ ਕਾਮਨਾ ਹੈ ਉਹ ਕੀ ਹੈ ਪਾਪ ਔਰ ਇਹ ਪਾਪ ਮੇਰੇ ਵਿੱਚ ਵਧਦਾ ਜਾ ਰਿਹਾ ਪਰ ਜੇ ਮੇਰੇ ਕੋਲ ਪਰਮੇਸ਼ਰ ਦੀ ਖੁਸ਼ੀ ਦੀ ਖਬਰ ਹੈ ਤਾਂ ਇਹ ਬੱਚਾ ਉਸ ਪਾਪ ਤੋਂ ਦੂਰ ਚਲਾ ਜਾਏਗਾ ਦੂਰ ਚਲਾ ਜਾਏਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਖਬਰ ਆਈ ਕਹਿੰਦੇ ਆ ਜੀ ਤੁਹਾਡੀ ਬੇਟੀ ਬਹੁਤ ਅੱਛੀ ਹੈ ਮੈਂ ਕਿਹਾ ਪਤਾ ਨਹੀਂ ਕਿਸ ਗੱਲ ਤੋਂ ਬੜੀ ਅੱਛੀ ਹੈ ਕਿਹੜੀ ਗੱਲ ਤੋਂ ਅੱਛੀ ਹੈ ਕਹਿੰਦੇ ਉਹਦਾ ਬੋਲਣ ਦਾ ਗੱਲ ਕਰਨ ਦਾ ਤਰੀਕਾ ਬਹੁਤ ਅੱਛਾ ਮੈਂ ਕਿਹਾ ਅੱਛਾ ਬਹੁਤ ਅੱਛਾ ਹੈ ਅੱਛਾ ਕਹਿੰਦੇ ਅਸੀਂ ਜਿੱਦਾਂ ਬਾਕੀ ਬੱਚੇ ਦੇਖਦੇ ਆ ਗਾਲਾਂ ਕੱਢਦੇ ਆ ਉੜਦੇ ਆ ਜਾਂ ਇੱਧਰ ਉੱਧਰ ਅਸੀਂ ਨਹੀਂ ਦੇਖਿਆ ਉਹ ਇਹ ਕਿਵੇਂ ਹੋ ਗਿਆ ਕਿਉਂਕਿ ਜਿਹੜੀ ਖੁਸ਼ੀ ਦੀ ਖਬਰ ਅੱਜ ਤੋਂ 31 ਸਾਲ ਪਹਿਲਾਂ ਮੈਂ ਪ੍ਰਾਪਤ ਕੀਤੀ ਸੀ ਉਹ ਮੈਂ ਆਪਣੀ ਬੇਟੀ ਨੂੰ ਦਿੱਤੀ ਖੁਸ਼ੀ ਦੀ ਖਬਰ ਕੀ ਸੀ ਅਸੀਂ ਉਹ ਵੀ ਪੜ੍ਹਦੇ ਹਾਂ ਪਹਿਲਾ ਕਰੰਥੀਆਂ 15 ਅਧਿਆਇ 3 ਤੇ 4 ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਹੋਇਆ ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਦੇਖੋ ਇਹ ਖੁਸ਼ੀ ਦੀ ਖਬਰ ਮੈਨੂੰ ਮੇਰੇ ਕਿਸੇ ਭਰਾ ਨੇ 31 ਸਾਲ ਪਹਿਲਾਂ ਮੇਰੇ ਜੀਵਨ ਦੇ ਵਿੱਚ ਦਿੱਤੀ ਇਹ ਨਾ ਸੋਚੋ ਮੈਂ ਕੁਝ ਗੱਲਾਂ ਆਪਣੇ ਜੀਵਨ ਦੇ ਬਾਰੇ ਦੱਸਦਾ ਜਾਵਾਂਗਾ ਮੈਨੂੰ ਨਾ ਪੈਸੇ ਦੀ ਕਮੀ ਸੀ ਨਾ ਇੱਜ਼ਤ ਮਤਲਬ ਕਿ ਜਿਹਨੂੰ ਕਹਿੰਦੇ ਸ਼ੌਹਰਤ ਉਹ ਵੀ ਬਹੁਤ ਸੀ ਕਿਉਂਕਿ ਜ਼ਮੀਨ ਬਹੁਤ ਸੀ एक 120 किले ਦੇ ਮਾਲਕ ਸੀ ਫਾਦਰ ਮੇਰੇ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਐਸਟੀਓ ਰਿਟਾਇਰ ਹੋ ਔਰ ਸਾਡਾ ਆਪਣਾ ਬਿਜ਼ਨਸ ਸੀ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਔਰ ਮੈਂ ਖੁਦ ਇੰਜੀਨੀਅਰਿੰਗ ਕੀਤੀ ਹੈ ਕਮੀ ਨਹੀਂ ਸੀ ਕਿਸੇ ਚੀਜ਼ ਦੀ ਜੇ ਮੈਂ ਕਹਾ ਕਮੀ ਨਹੀਂ ਪਰ ਅੰਦਰ ਸ਼ਾਂਤੀ ਹੈ ਨਹੀਂ ਪਰ ਅੰਦਰ आनंद है नहीं सी मैं याद करता हाँ जकई का पेशा की सीगा जी कोई दस सकता बच्चे गाना गाते जकई की करता सी बेटा किसी ने पता है जी हाँ टैक्स कलैक्टर सी टैक्स कलैक्टर का ओहदा कोई छोटा मोटा होंगे बहुत बड़ा आदर जड़ा भी अपना उतो गड्डी लैके लंघदा चला कुछ लेके लंघदा टैक्स कलेक्टर को पैसा है पर खुशी है नहीं वो भी किहनू लभ रहा खुशी नू जदों यसू मसीह आया जारीहो शहर दे विच तां गुलर दे पेड़ दे उत्ते चढ़िया क्योंकि छोटा बड़ा सी गुलर दे पेड़ पे चढ़ के यसू मसीह नू देख सिर्फ देखण दी चाहत रखी सी मिलन दी चाहत नहीं सी पर उसके अंदर परमेश्वर दी खुशी नू प्राप्त करन दी चाहत सी जदों प्रभु जी उत्थे आए रास्ते च रुके और रुक के उन्हें बाकी बहुत सारे लोग सिखे जा रहे उन्होंने भी कहनू देखिया जकई क्यों जकई ने देखिया क्योंकि जकई परमेश्वर की सच्ची खुशी को पाना चाहता सी क्यों क्योंकि वह
परमेश्वर की व्यवस्था ਨੂੰ ਜਾਣਦਾ ਸੀ ਉਹ ਗਿਰ ਚੁੱਕਾ ਸੀ ਆਪਣੇ ਸਮਾਜ ਤੋਂ ਗਿਰ ਚੁੱਕਾ ਸੀ ਆਪਣੇ ਲੋਕਾਂ ਤੋਂ ਗਿਰ ਚੁੱਕਾ ਸੀ ਔਰ ਉਸ ਸਮੇਂ ਦੇ ਯਹੂਦੀ ਅਗਰ ਨਿਯਮਾਂ ਨੂੰ ਪੜਿਆ ਜਾਵੇ ਜੂਇਸ਼ ਲੋਕਾਂ ਦੇ ਨਿਯਮਾਂ ਨੂੰ ਪੜਿਆ ਜਾਵੇ ਜੇ ਇੱਕ ਵੀ ਵਿਅਕਤੀ ਗੁਨਾਹ ਕਰਦਾ ਸੀ ਇੱਕ ਵੀ ਲਾਅ ਤੋੜ ਦਿੰਦਾ ਸੀ ਤਾਂ ਉਹਨੂੰ ਆਪਣੇ ਸਮਾਜ ਤੋਂ ਛੇਕ ਦਿੰਦੇ ਸੀ ਉਹ ਛੇਕਿਆ ਹੋਇਆ ਸੀ ਉਹ ਅੱਡ ਕੀਤਾ ਹੋਇਆ ਸੀ जिस तरह एक कोड़ी ਨੂੰ अपने समाज ਦੇ ਵਿੱਚ नहीं रखा ਜਾਂਦਾ ਉਸੇ तरह ਉਹਨੂੰ भी अपने समाज ਤੋਂ ਕੱਢਿਆ ਹੋਇਆ ਸੀ ਚੋਰੀ ਕਰ ਰਿਹਾ ਸੀ ਠੱਗੀ ਕਰ ਰਿਹਾ ਸੀ ਉਹ ਇਸ ਹਾਸੇ ਨਾਲ ਜੀ ਰਿਹਾ ਸੀ ਹੁਣ ਤਾਂ ਜ਼ਿੰਦਗੀ ਖਤਮ ਹੈ ਨਰਕ 'ਚ ਜਾ ਕੇ ਮਰਾਂਗੇ ਪਰ ਜਦੋਂ ਯਿਸੂ ਮਸੀਹ ਆਇਆ ਉਹਦੇ ਜੀਵਨ 'ਚ ਹੋਪ ਆ ਗਿਆ ਕਿ ਮੈਂ ਯਿਸੂ ਮਸੀਹ ਦੇ ਰਾਹੀਂ अपने जीवन दे विच जेड़ा आनंद खोया है जेड़ा मैं परमेश्वर दी संगत नूं खोया है जेड़ा मैं परमेश्वर दे आनंद नूं खोया है जेड़ा मैं परमेश्वर दी बरकत नूं खोया है उन्हों मैं मुड़ प्राप्त कर सकता प्रभु ने चुनिया जक्कई नूं या जक्कई ने चुनिया प्रभु ने हाँ जी कहना जी उच्ची आवाज ना बोलो प्रभु ने हाँ वेरी गुड ਇਹਦਾ ਮਤਲਬ ਮੇਰੀ ਅਤੇ ਆਪ ਦੀ ਜ਼ਿੰਦਗੀ ਨੂੰ ਚੁਣਨ ਵਾਲਾ ਪਰਮੇਸ਼ਰ ਹੈ ਪਰ ਕੀ ਮੈਂ ਉਸ ਦੇ ਪ੍ਰਤੀ ਆਪਣੇ ਆਪ ਨੂੰ ਸਰੈਂਡਰ ਕਰ ਰਿਹਾ ਜਿਸ ਤਰ੍ਹਾਂ ਜੱਕਈ ਨੇ ਕੀਤਾ ਜੱਕਈ ਨੂੰ ਪ੍ਰਭੂ ਨੇ ਖੜੇ ਹੋ ਕੇ ਕਿਹਾ ਜੱਕਈ ਥੱਲੇ ਉਤਰ ਆ ਅੱਜ ਮੈਂ ਤੇਰੇ ਘਰ ਦੇ ਵਿੱਚ ਰਹਿਣਾ ਹੈ ਦੇਖੋ ਪਰਮੇਸ਼ਰ ਕਹਿ ਰਿਹਾ ਹੁਣ ਸਵਾਲ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਯਿਸੂ ਨੂੰ ਰੱਖਣਾ ਜਾਂ ਨਹੀਂ ਰੱਖਣਾ 3 ਦਾ 20 ਪੜ੍ਹਦੇ ਹੋ ਮੇਰੇ ਭਾਈ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਫਟਾਫਟ ਵੇਖ ਮੈਂ ਬੂਹੇ ਉੱਤੇ ਖਲੋਤਾ ਤੇ ਖੜਕੜਾਉਂਦਾ ਹਾਂ ਵੇਖ ਮੈਂ ਬੂਹੇ ਉੱਤੇ ਖਲੋਤਾ ਤੇ ਖੜਕਾਉਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਭੋਜਨ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ ਵੰਡਰਫੁਲ ਇੱਕ ਬਹੁਤ ਵਧੀਆ ਗੱਲ ਹੈ ਪ੍ਰਭੂ ਦਰਵਾਜ਼ੇ ਕੋਲ ਜੱਕਈ ਦੇ ਖੜਕਾਇਆ ਜੱਕਈ ਉਤਰਿਆ ਅੱਜ ਮੈਂ ਤੇਰੇ ਘਰ ਵਿੱਚ ਰਹਿਣਾ ਅੱਜ ਮੈਂ ਤੇਰੇ ਘਰ ਦੇ आदम ने गलती की थी ते की आ गया मौत पहला मौत है ना सी पहला जीवन ही सी पहला खुशी सी पहला आनंद सी पहला संगत सी परमेश्वर दी बरकत दे विच सी किसे गल दी थोड़ नहीं सी किसे गल दे लई सोचना नहीं पैंदा सी किसे गल दे उत्ते ध्यान नहीं करना पैंदा सी परमेश्वर सह उन्हां दे लई सब इंतजाम कर दिंदा सी मैं अपने घर का अनुभव रखता हाँ जदों मैं कोई बिना दसे घर दे विच कोई चीज लैके आवां ना बेटी जप्पी करेंगे डैडी तू बहुत चंगा है मां बिना दसे परमेश्वर साडे नाल पहला इदां वरतदा सी पर जदों असीं पाप कर बैठे फिर वो चीज मिलती है पहला तू आ करके दस फिर तेन दे हुण इदां आ गई है कि नहीं आ गई पहला फ्री च मिलती सी सब कुछ फ्री च लै बई तेन आ भी देने आ भी देने आ भी देने है हुण तू जरा आ पड़ा पार के करके दस फिर तेन मैं सब कुछ दे परमेश्वर ने मेरे जीवन दे विच इस मौत तो बचन का एको ही वसीला दिता है मौत तो बचन का पाप इस आनंद दे विच आउण दा एको ही तरीका दस्या है और वो तरीका पौलुस नूं मिलिया पौलुस भी सोचदा सी शरा दे नाल आनंद मिलूगा मैं शरा दे नाल आनंद प्राप्त कर लूंगा पर आनंद नहीं उन्हें मिल सकिया आनंद किहदे कोल मिले प्रभु यीशु मसीह क्योंकि परमेश्वर ने उस नूं साडे जीवन दे विच आनंद शांति अते बरकत प्राप्त करन दे लई घल्लिया मेरे नाल लूका दी अंजील 2:11 पढ़ना जी फटाफट लूका दी अंजील 2:11 10-11 पढ़ दो 2:10 तद दूत ने ਉਹਨਾਂ ਨੂੰ ਆਖਿਆ ਨਾ ਡਰੋ हाँ
क्योंकि ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ। हाँ देखो परमेश्वर ने मेरे अते आप दे लई आनंद दी खबर 2021 साल पहला मेरे अते आप दे लई खुशी दी खबर। ਉਹ ਤੋਂ ਪਹਿਲਾਂ ਅਸੀਂ ਸਾਰੇ ਪਾਪ ਦੇ ਵਿੱਚ ਜੀਵਨ ਬਤੀਤ ਕਰ ਰਹੇ ਸੀ, ਡਰ ਦੇ ਵਿੱਚ ਜੀਵਨ ਬਤੀਤ ਕਰ ਰਹੇ ਸੀ, ਵਿਨਾਸ਼ ਦਾ ਜੀਵਨ ਬਤੀਤ ਕਰ ਰਹੇ ਸੀ। ਸਾਡੇ ਲਈ ਕੋਈ ਹੋਪ ਜਾਂ ਆਸ ਨਹੀਂ ਸੀ। ਪਰ 2021 ਸਾਲ ਪਹਿਲਾਂ ਆ ਸਮਾਚਾਰ ਸਰਦੂਤ ਦੇ ਰਾਹੀਂ ਇਸਰਾਇਲ ਦੇ ਵਿੱਚ ਗਾਡਰੀਆਂ ਨੂੰ ਸੁਣਾਇਆ ਗਿਆ। ਨਾ ਡਰੋ, ਡਰ ਹੁਣ ਤੁਹਾਨੂੰ ਮਾਂ ਤੋਂ ਡਰਨ ਦੀ ਲੋੜ ਨਹੀਂ। ਹੁਣ ਤੁਹਾਨੂੰ ਭੈਜਣਾ ਤੋਂ ਡਰਨ ਦੀ ਲੋੜ ਨਹੀਂ। ਹੁਣ ਤੁਹਾਡੇ ਲਈ ਪਰਮੇਸ਼ਵਰ ਨੇ ਖੁਸ਼ੀ ਦੀ ਖਬਰ ਦੇ ਦਿੱਤੀ ਹੈ। ਖੁਸ਼ੀ ਦੀ ਖਬਰ ਕੀ ਹੈ ਕਿ ਅੱਜ ਤੁਹਾਡੇ ਲਈ ਦਾਊਦ ਦੇ ਨਗਰ ਦੇ ਵਿੱਚ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ। ਮੁਕਤੀ ਦਾਤਾ ਦਾ ਮਤਲਬ ਜਿਹੜਾ ਮੇਰੇ ਜੀਵਨ ਦੇ ਵਿੱਚ ਹਰ ਇੱਕ ਸੰਕਟ ਅਤੇ ਕਲੇਸ਼ ਤੋਂ ਛੁਟਕਾਰਾ ਦੇ ਦਿੰਦਾ ਹੈ। ਇਹ ਸੰਕਟ ਅਤੇ ਕਲੇਸ਼ ਕੀ ਹੈ? ਪਾਪ ਤੋਂ ਅੱਜ ਤੱਕ ਕੋਈ ਵੀ ਇਸ ਦੁਨੀਆ ਦੇ ਵਿੱਚ ਨਜਾਤ ਨਹੀਂ ਦੇ ਸਕਿਆ। ਇਸ ਵੇਲੇ ਸਭ ਤੋਂ ਵੱਡਾ ਪਾਪ ਦਾ ਮੰਜ਼ਾਰ ਹੈ मोबाइल देख रहे हो। ये सब तो बड़ा पाप दा की है जी, गाड़ा है सब तो बड़ा। पहला तो चलो फोन होंगे सीगे लैंडलाइन, कितने अपना गलबात होती सी, 10 बंदे खड़े होंगे सी, झूठ बोलने तो भी डर लगता। हुण ओले होके फटाफट सॉरी ब्रदर मैं तो इत्थे कोल पहुंच ही गया, भावें होवे मालपुर। क्यों जी झूठ बोलने का है? पिता जी तुसी पहुंच गए? हाँ जी असीं उत्थे पहुंचे, भावें उत्थे पहुंचे ना हो। पिता जी नूं झूठी खबर। आजकल बच्चों को ऑनलाइन स्टडी देती है, की देती है? आदे क्या ऑनलाइन स्टडी मोबाइल दे विच बच्चे की करते आजकल ज्यादातर जो माँ बाप तक कोल रहिंदे नहीं, वो तो बहिंदे रहो ना, काम करना पैंदा। की चल रही है पिछों वीडियो गेम, क्या बात है। जो मम्मी आके फटाफट थले करके ऐदा ऐदा दे साइन इहदे विच है ਜਿਹਦੇ ਨਾਲ ਸਾਡੇ ਬੱਚੇ ਕਰਪਟ ਹੋ ਗਏ हैं, झूठ बोलना सीख गए हैं, बुराई करना सीख गए हैं, बुराई किद्दां करनी है ਉਹਦੇ ढंग सीख गए हैं। कित्थों आ गया? पाप तो। पर परमेश्वर मैनू ਅਤੇ ਮੇਰੇ ਬੱਚਿਆਂ ਨੂੰ ਬਚਾਉਣ ਦੇ ਲਈ ਕੀ ਕਰ ਰਿਹਾ है? अपनी खुशी की खबर यीशु मसीह दे राही दे रहा है। किहदे राही? बरकत देनी है। आज परमेश्वर आपनू ये देना चाहता है। सवाल यह है कि तुसी अपने दिल दा बुआ खोल रहे हो या नहीं? जक्कई ने तो खोलिया, अते जदों जक्कई ने खोलिया झट थले उतर के प्रभु नू अपने घर विच लेके गया अते उसने की किया? देखो संपूर्ण पश्चाताप। पश्चाताप का मतलब संपूर्ण तौबा। तौबा का मतलब पापा तो पूर्ण रीति दे नाल माफी मंगनी, अधूरी माफी नहीं। कहना है प्रभु जे मैं किसी तो 2 गुना ज्यादा लिया है टैक्स, ਉਹਨੂੰ ਕਿੰਨਾ ਦਵਾਂ ਜੀ? 4। ਜੇ ਕਿਸੇ ਕੋਲ 10 ਗੁਣਾ ਲਿਆ ਤਾਂ ਮੈਂ 20 ਗੁਣਾ मैं ਉਹਨੂੰ ਮੋੜ ਦਿਆਂਗਾ। क्यों? क्योंकि आज मैनू मुक्ति दाता मिल गया है। आज मैनू इस दुनिया की सब तो कीमती चीज यीशु मसीह मिल गया है, जेड़ा एक हीरे तो भी ज्यादा कीमती है। वो मैनू मिल गया है।
ਅੱਜ ਯਿਸੂ ਮਸੀਹ ਹਰ ਇੱਕ ਦਰਵਾਜ਼ੇ ਦੇ ਵਿੱਚ ਖੜਖੜਾ ਰਿਹਾ। ਮੈਂ ਤੁਹਾਨੂੰ ਮੁਕਤੀ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਅੰਦਰ ਬੁਲਾਓਗੇ। ਮੈਂ ਤੁਹਾਨੂੰ ਮੁਕਤੀ ਦੀ ਖੁਸ਼ੀ ਦੀ ਖਬਰ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਉਸ ਖੁਸ਼ੀ ਦੀ ਖਬਰ ਨੂੰ ਐਕਸੈਪਟ ਕਰੋਗੇ। ਪੌਲੁਸ ਰਸੂਲ ਨੇ ਐਕਸੈਪਟ ਕੀਤੀ, ਕਬੂਲ ਕੀਤੀ ਤੇ ਉਹਦੇ ਜੀਵਨ ਦੇ ਵਿੱਚ ਖੁਸ਼ੀ ਆਈ ਹੈ। ਤੇ ਉਸ ਖੁਸ਼ੀ ਨੂੰ ਦੁੱਖ ਦੇ ਵਿੱਚ ਵੀ ਦੂਸਰਿਆਂ ਨੂੰ ਕਹਿ ਰਿਹਾ ਹੈ। ਮੈਂ ਕਹਿੰਦਾ ਹਾਂ ਪ੍ਰਭੂ ਵਿੱਚ ਆਨੰਦਿਤ ਰਹੋ। ਮੈਂ ਫੇਰ ਕਹਿੰਦਾ ਹਾਂ ਕਿਆ ਬਾਤ ਹੈ। ਕਿਉਂ ਇਹ ਗੱਲ ਕਹਿ ਰਿਹਾ? ਇਹ ਵਿਸ਼ਵਾਸੀਆਂ ਦੇ ਲਈ ਮੈਂ ਗੱਲ ਕਰ ਰਿਹਾ। ਕਿਉਂ ਇਹ ਕਹਿ ਰਿਹਾ? ਕਾਹਤੇ ਕਹਿ ਰਿਹਾ? ਪਾਪੀਆਂ ਦੇ ਲਈ ਪ੍ਰਭੂ ਨੇ ਦਰਵਾਜ਼ਾ ਖੋਲਤਾ ਜਕਾਈ ਦੀ ਤਰ੍ਹਾਂ। ਮੈਂ ਤੁਹਾਡੇ ਲਈ ਦੱਸਦਾ, ਪਰ ਵਿਸ਼ਵਾਸੀਆਂ ਦੇ ਲਈ ਉਹ ਕਹਿੰਦਾ ਹੈ ਕਿ ਮੈਂ ਕਹਿੰਦਾ ਪ੍ਰਭੂ ਵਿੱਚ ਆਨੰਦਿਤ ਰਹੋ। ਕਿੱਦਾਂ? ਇਹ ਦੁੱਖ ਦੇ ਵਿੱਚ, ਗਮੀ ਦੇ ਵਿੱਚ, ਕਲੇਸ਼ਾਂ ਦੇ ਵਿੱਚ ਤੁਸੀਂ ਕਿੱਦਾਂ ਖੁਸ਼ ਰਹਿ ਸਕਦੇ ਹੋ? ਕਿਸੇ ਮੇਰੇ ਭਰਾ ਨੇ ਕਿਹਾ ਭਾਜੀ ਤੁਸੀਂ ਬੜਾ ਖੁਸ਼ ਰਹਿੰਦੇ। ਮੈਂ ਕਿਹਾ ਯਾਰ ਮੇਰੀ ਸ਼ਕਲ ਹੀ ਇਦਾਂ ਦੀ। ਖੁਸ਼ੀ ਤਾਂ ਉਹ ਹੈ ਜਿਹੜੀ ਅੰਦਰੋਂ ਬਾਹਰ ਆਉਂਦੀ ਹੈ। ਪਰ ਜਦੋਂ ਦਾ ਮਸੀਹ ਨੂੰ ਪਾ ਲਿਆ ਹੈ, ਗਮ ਕੋਈ ਨਹੀਂ ਆਇਆ। ਕਿਉਂ ਨਹੀਂ ਆਇਆ? ਹੁਣ ਪੜੋ ਜੀ ਪਹਿਲਾ ਪਤਰਸ 5:7। 5:7 ਪਹਿਲਾ ਪਤਰਸ 5:7। ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ, ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਦੇਖੋ ਸਾਨੂੰ ਗਮ ਹੀ ਨਹੀਂ ਹੈਗਾ। ਭਾਵੇਂ ਅਸੀਂ ਜੇਲ੍ਹ 'ਚ ਹੋਈਏ, ਭਾਵੇਂ ਅਸੀਂ ਕਿਸੇ ਵੀ ਦੁੱਖ ਦੇ ਵਿੱਚ ਹੋਈਏ, ਭਾਵੇਂ ਅਸੀਂ ਕਿਸੇ ਵੀ ਮੁਸੀਬਤ ਦੇ ਵਿੱਚ ਹੋਈਏ, ਮੇਰਾ ਫਿਕਰ ਕਿਹਨੇ ਚੱਕ ਲਿਆ? ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ, ਮੈਂ ਹਿਮਾਚਲ ਦੇ ਹਮੀਰਪੁਰ ਖੇਤਰ ਦੇ ਵਿੱਚ ਪ੍ਰਚਾਰ ਕਰਨ ਚਲਾ ਗਿਆ। ਇਕੱਲਾ ਹੀ ਸੀ, ਕੋਈ ਮੇਰੇ ਨਾਲ ਨਹੀਂ ਸੀ। ਮੈਨੂੰ ਉੱਥੇ ਦੇ ਲੋਕਾਂ ਨੇ ਫੜਿਆ, ਕੁੱਟਿਆ ਅਤੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਮੈਂ ਸੋਚ ਰਿਹਾ ਸੀ ਇੱਥੇ ਤਾਂ ਯਾਰ ਕੋਈ ਵੀ ਹੈ ਨਹੀਂ ਮੇਰੇ ਲਾਗੇ, ਕੋਈ ਮੈਨੂੰ ਜਾਣਦਾ ਵੀ ਹੈ ਨਹੀਂ। ਮੈਂ ਫੋਨ ਕਿਹਨੂੰ ਕਰਾਂ? ਮੇਰੇ ਕੱਪੜੇ ਪਾੜ ਦਿੱਤੇ ਜੀ, ਲਿਟਰੇਚਰ ਮੇਰਾ ਫੂਕ ਦਿੱਤਾ ਸੀ। ਸਿਰਫ ਇੱਕ ਜੇਬ ਦੇ ਵਿੱਚ, ਇੱਕ ਸਾਈਡ ਦੇ ਵਿੱਚ ਛੋਟਾ ਨਿਊ ਟੈਸਟਮੈਂਟ ਸੀ। ਜੇਲ੍ਹ ਦੇ ਵਿੱਚ ਬੈਠਾ ਮੈਂ ਇਹੀ ਪੜ੍ਹ ਰਿਹਾ ਸੀ ਪ੍ਰਭੂ ਦੇ ਵਚਨ ਦਾ। ਮੈਨੂੰ ਇਹੀ, ਨਾ ਘਬਰਾ, ਮੈਂ ਤੇਰੇ ਨਾਲ। ਜੋ ਤਾਂ ਬੋਲਣਾ ਮੈਂ ਤੈਨੂੰ ਪਹਿਲਾਂ ਹੀ ਦੱਸਣਾ ਕੀ ਬੋਲਣਾ। ਮੈਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ। ਜਦੋਂ ਸਵੇਰੇ ਮੈਨੂੰ ਡੀਸੀ ਦੇ ਮੋਹਰੇ ਲੈ ਕੇ ਗਏ ਤਾਂ ਡੀਸੀ ਪਰਮੇਸ਼ਰ ਦੇ ਵਚਨ ਨੂੰ ਜਾਣਨ ਵਾਲਾ ਜ਼ਕਰਿਆ ਜੌਨ ਸਾਰੀਆਂ ਗੱਲਾਂ ਨਿਪਟਾ ਕੇ ਮੇਰੇ ਕੋਲ ਬਾਅਦ ਦੇ ਵਿੱਚ ਉਹਨਾਂ ਨੂੰ ਪੁੱਛਦਾ ਕੀ ਗੱਲ ਹੈ। ਕਹਿੰਦੇ ਜੀ ਇਹ ਸਾਡੇ ਧਰਮ ਦੇ ਖਿਲਾਫ ਬੋਲ ਰਿਹਾ। ਕਹਿੰਦੇ ਦੱਸੋ ਕੀ ਧਰਮ ਦੇ ਖਿਲਾਫ ਬੋਲ ਰਿਹਾ? ਟਰੈਕ ਲਿਟਰੇਚਰ ਸਾਰਾ ਫੂਕ ਦਿੱਤਾ ਸੀ। ਉਹਨਾਂ ਕੋਲ ਵੀ ਕੁਛ ਨਹੀਂ ਸੀ। ਕਹਿੰਦੇ ਜੀ ਤੁਸੀਂ ਕੀ ਗਲਤ ਕਰ ਰਹੇ ਹੋ? ਮੈਂ ਕਿਹਾ ਜੀ ਆਹ ਨਿਊ ਟੈਸਟਾਮੈਂਟ ਹੈ। ਮੈਨੂੰ ਉਹਨੇ ਨਾਲ, ਯੂ ਆਰ ਬਲੀਵਰ? ਯੈਸ, ਮੈਂ ਵਿਸ਼ਵਾਸੀ, ਆਈ ਐਮ ਬਲੀਵਰ। ਭਾਈ ਨੇ ਕੀ ਤੁਹਾਨੂੰ ਕਿਹਦੇ ਨਾਲ ਗੱਲ? ਹੌਲੀ ਹੌਲੀ ਸਾਰੇ ਲੋਕ ਖਿਸਕ ਗਏ। ਸਿਰਫ ਜਿਸ ਐਸਐਚਓ ਨੇ ਫੜਿਆ ਸੀ ਉਹ ਉੱਥੇ ਖੜਾ ਰਿਹਾ। ਕਹਿੰਦਾ ਇਹਨੇ ਗਲਤੀ ਕੀ ਕੀਤੀ ਹੈ ਜਿਹੜਾ ਤੁਸੀਂ ਇਹਨੂੰ ਮਾਰਿਆ? ਮੈਂ ਉੱਥੇ ਹੀ ਹੱਥ ਜੋੜ ਦਿੱਤੇ ਉਹਨੂੰ, ਜਿਸ ਨੂੰ ਮੈਂ ਕਿਹਾ ਭਰਾ ਜੀ ਇਹਨੂੰ ਜਾਣ ਦਿਓ। ਇਹ ਕੁੱਟਾ ਮਾਰਾ ਤਾਂ ਸਾਨੂੰ ਮਿਲਣੀ ਹੈ, ਪਰ ਇਹ ਸਾਡੇ ਲਈ ਪਰਮੇਸ਼ਰ ਦਾ ਆਨੰਦ ਹੈ, ਕਿਉਂਕਿ ਸਵਰਗ ਦੇ ਵਿੱਚ ਸਾਡੇ ਲਈ ਵੱਡਾ ਪ੍ਰਤੀਫਲ ਰੱਖਿਆ ਹੋਇਆ ਹੈ। ਇਹ ਕਿਹਨਾਂ ਲਈ ਹੈ? ਬਲੀਵਰਸ ਦੇ ਲਈ, ਵਿਸ਼ਵਾਸੀਆਂ ਦੇ ਲਈ। ਪੌਲੁਸ ਰਸੂਲ ਜੇਲ੍ਹ ਦੇ ਵਿੱਚ ਸੀ। ਜੇਲ੍ਹ ਦੇ ਵਿੱਚੋਂ ਇਹ ਗੱਲ ਲਿਖ ਰਿਹਾ ਹੈ, ਮੈਂ ਤੁਹਾਨੂੰ ਕਹਿੰਦਾ ਆਨੰਦਿਤ ਰਹੋ। ਫਿਰ ਕਹਿੰਦਾ ਆਨੰਦਿਤ ਰਹੋ। ਕਿਹਨਾਂ ਨੂੰ ਕਹਿ ਰਿਹਾ? ਵਿਸ਼ਵਾਸੀ। ਕਾਹਦੇ?
क्योंकि परमेश्वर ने हर एक विश्वास करने वाले ने नाल एक वायदा किया होया है। इस धरती दे विच की वायदा किया होया? युग दे अंत तक सदैव मैं तुहाडे नाल हां, मैं तुहानू ना कदे छड्डांगा ना कदे त्यागांगा। आई एम योर गॉड, मैं तुहाडा परमेश्वर हां। ओ परमेश्वर ने खुशी मैनू दी है, वो खुशी जक्कई ने प्राप्त की है, ਅਤੇ उस खुशी ਦੇ ਨਾਲ ਉਹ परमेश्वर ਦੀਆਂ ਘਰ ਦੀਆਂ ਬਰਕਤਾਂ ਅਤੇ ਰਹਿਮਤਾਂ ਦਾ ਭਾਗੀਦਾਰ ਹੋ ਗਿਆ ਹੈ। ਜੇ ਤੁਸੀਂ ਅਜੇ ਤੱਕ ਇਸ ਖੁਸ਼ੀ ਨੂੰ ਪ੍ਰਾਪਤ ਨਹੀਂ ਕੀਤਾ ਹੈ, ਅਜੇ ਤੱਕ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਨਹੀਂ ਹੈ, ਤਾਂ ਜੱਕਈ ਦੀ ਤਰ੍ਹਾਂ ਤੁਸੀਂ ਇਸ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹੋ। ਕਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਅੱਜ ਤੋਂ 2021 ਸਾਲ ਪਹਿਲਾਂ ਆਇਆ, ਉਹ ਮੇਰੇ ਪਾਪਾਂ ਦੇ ਲਈ ਕਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਦਫਨ ਕੀਤਾ ਗਿਆ ਅਤੇ ਇੱਕ ਹੀ ਬਚਨ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਮੇਰੇ ਲਈ। ਬਾਣੀ ਦੇ ਵਿੱਚ ਲਿਖਿਆ ਹੈ 1:7 ਦੀ ਆਖਰੀ ਲਾਈਨ ਪੜ੍ਹਦਾ ਨਹੀਂ, ਪਹਿਲਾ ਯਹੋਨਾ 1:7 ਦੀ ਆਖਰੀ ਲਾਈਨ, 7 ਦੀ ਆਖਰੀ ਲਾਈਨ। ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਯਿਸੂ ਮਸੀਹ ਦਾ ਲਹੂ ਕਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਪਾਪ ਦੇ ਲਈ ਵਹਾਇਆ ਗਿਆ। ਬਾਣੀ ਇੱਕ ਚੀਜ਼ ਦੱਸਦੀ ਹੈ, ਲੋਕ ਮੈਨੂੰ ਪੁੱਛਦੇ ਆ ਉਹ ਸਲੀਬ ਤੇ ਕਿਉਂ ਟੰਗਿਆ ਗਿਆ? ਮੈਂ ਕਹਿੰਦਾ ਹਾਂ ਬਾਰਡਰ ਤੇ ਫੌਜੀ ਮਰਦੇ, ਦੇਸ਼ ਦੀ ਕੌਮ ਨੂੰ ਬਚਾਉਣ ਦੇ ਲਈ ਕਈ ਲੋਕ ਸ਼ਹੀਦ ਹੋਏ, ਉਹਨਾਂ ਨੇ ਸ਼ਹਾਦਤ ਦਿੱਤੀ, ਪਰ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਬਾਈਬਲ ਦੇ ਵਿੱਚ ਸਿਰਫ ਪਾਪੀਆਂ ਨੂੰ ਬਚਾਉਣ ਦੇ ਲਈ ਕਲਵਰੀ ਕਰੂਸ ਤੇ ਦਿੱਤਾ। ਸਿਰਫ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਪਾਪੀਆਂ ਨੂੰ ਬਚਾਉਣ ਦੇ ਲਈ ਕਲਵਰੀ ਕਰੂਸ ਤੇ ਦਿੱਤਾ ਗਿਆ। ਐਸੇ ਚੀਜ਼ ਨੇ ਮੈਨੂੰ ਬਦਲਿਆ, ਐਸੇ ਚੀਜ਼ ਨੇ ਮੈਨੂੰ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਨ ਦੇ ਲਈ ਵਿਵਸ਼ ਕੀਤਾ ਹੈ। ਕੌਣ ਮੇਰੇ ਪਾਪਾਂ ਦੇ ਲਈ ਮਰੇਗਾ? ਕੌਣ ਸ਼ਰਾਬੀ ਦੇ ਲਈ ਜਾਨ ਦੇਵੇਗਾ? ਕੌਣ ਡਾਕੂ ਦੇ ਲਈ ਜਾਨ ਦੇਵੇਗਾ? ਕੌਣ ਅੱਜ ਹਰ ਇੱਕ ਪਾਪੀ ਦੇ ਲਈ ਮਰੇਗਾ? ਸਿਰਫ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਆਪਣੇ ਵਚਨ ਦੇ ਵਿੱਚ, ਮੈਂ ਪਾਪੀਆਂ ਨੂੰ ਬਚਾਉਣ ਅਤੇ ਛਡਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਜੇ ਅਸੀਂ ਪਾਪੀ ਹਾਂ, ਇਹਦੀ ਨੋਆ ਤੁਸੀਂ ਪੜ੍ਹੋ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਹੈ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਦੇਖੋ ਪ੍ਰਭੂ ਯਿਸੂ ਮਸੀਹ ਦੇ ਅੱਗੇ ਜਦੋਂ ਅਸੀਂ ਪਾਪ ਨੂੰ ਮੰਨ ਲੈਂਦੇ ਹਾਂ ਤਾਂ ਮੈਨੂੰ ਸਾਰੇ ਪਾਪ ਅਤੇ ਕੁਧਰਮ ਤੋਂ ਸ਼ੁੱਧ ਕਰ ਦਿੰਦਾ। ਜਦੋਂ ਮੈਂ ਪਾਪ ਤੋਂ ਕੋਈ ਚੀਜ਼ ਮੈਨੂੰ ਮਿਲੀ ਹੈ ਨਾ, ਕੋਈ ਪੁੱਛਦਾ ਚੰਗੀ ਚੀਜ਼, ਮੈਂ ਕਹਿੰਦਾ ਮੈਨੂੰ ਮੁਕਤੀ ਮਿਲੀ ਹੈ, ਮੈਂ ਖੁਸ਼ ਹਾਂ। ਔਰ ਇਸ ਮੁਕਤੀ ਦੇ ਨਾਲ ਮੈਨੂੰ ਕੀ ਕੀ ਮਿਲ ਗਿਆ? ਪਰਮੇਸ਼ਰ ਦਾ ਸਵਰਗ ਦਾ ਆਨੰਦ, ਪਰਮੇਸ਼ਰ ਦੀ ਸਵਰਗੀ ਬਰਕਤ। ਕਿਹੜੀ ਬਰਕਤ ਹੈ ਅਸੀਂ ਦੇਖ ਸਕਦੇ ਹਾਂ? ਸਦਾ ਦਾ ਜੀਵਨ। ਯੋਹੰਨਾ 3:16 ਦੇ ਵਿੱਚ ਕਹਿੰਦਾ ਹੈ ਜਿਹੜਾ ਮੇਰੇ ਪੁੱਤਰ ਤੇ ਨਿਹਚਾ ਕਰਦਾ ਹੈ ਉਹ ਸਦੀਪਕ ਜਿਉਣ ਦਾ ਅਧਿਕਾਰੀ ਹੈ। ਔਰ ਉਸੇ ਨਾਲ ਨੰਬਰ 3 ਮੈਨੂੰ ਕੀ ਮਿਲ ਗਿਆ ਇਸ ਮੁਕਤੀ ਦੇ ਵਿੱਚ? ਪਰਮੇਸ਼ਰ ਪੁੱਤਰ ਹੋਣ ਦਾ ਹੱਕ ਮਿਲ ਗਿਆ। ਔਰ ਚੌਥੀ ਗੱਲ, ਸਭ ਤੋਂ ਅਹਿਮ ਗੱਲ, ਜਿਹਦੇ ਲਈ ਲੋਕ ਅੱਜ ਦਰ ਠੋਕਰਾਂ ਖਾ ਕੇ ਆਪਣਾ ਉਸ ਬਰਕਤ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆ, ਨਹੀਂ ਮਿਲਦੀ। ਆਪਸੀਆਂ ਦੀ ਪੁਸਤਕ 1:3 ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ, ਜਿਹਨੇ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਇੱਥੇ ਬੜੀ ਵਧੀਆ ਗੱਲ ਲਿਖੀ ਹੈ, ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਬਰਕਤ ਦਿੱਤੀ। ਹਜੇ ਉਹ ਸਮਝ ਨਹੀਂ ਆਉਂਦਾ ਹੈ ਆਤਮਿਕ ਬਰਕਤਾਂ ਹੈ। ਦੇਖੋ ਖੁਸ਼ੀ, ਆਨੰਦ, ਪ੍ਰੇਮ, ਭਲਾਈ, ਦਇਆ, ਸੰਜਮ, ਇਹ ਸਾਰੀਆਂ ਬਰਕਤਾਂ ਜਿਸ ਨੂੰ ਚੋਰ ਸੇਂਧ ਨਹੀਂ ਮਾਰ ਸਕਦਾ,
ਜਿਸ ਨੂੰ ਚੋਰ ਖੋ ਨਹੀਂ ਸਕਦਾ, ਉਹ ਕਿਹਨੂੰ ਦੇ ਦਿੱਤੀਆਂ? ਮੈਨੂੰ ਦੇ ਦਿੱਤੀਆਂ। ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਬਰਕਤ ਪੌਲਸ ਰਸੂਲ ਇਸੇ ਕਰਕੇ ਤਾਂ ਜੇਲ੍ਹ ਦੇ ਵਿੱਚ ਵੀ, ਦੁੱਖਾਂ ਦੇ ਵਿੱਚ ਵੀ, ਭੈਜਨਾਂ ਦੇ ਵਿੱਚ ਵੀ, ਸਮੁੰਦਰ ਦੇ ਵਿੱਚ ਬੇੜੇ ਗਰਕਣ ਦੇ ਨਾਲ ਵੀ ਖੁਸ਼ ਸੀ। ਉਸ ਨੂੰ ਕਿਸੇ ਗੱਲ ਦਾ ਭੈ ਨਹੀਂ ਸੀ। ਕਿਉਂ? ਕਿਉਂਕਿ ਪਰਮੇਸ਼ਰ ਨੇ ਕਿਹਾ ਸੀ, ਆਈ ਐਮ ਯੋਰ ਗॉड, ਮੈਂ ਤੇਰਾ ਪਰਮੇਸ਼ਰ ਹਾਂ, ਮੈਂ ਤੈਨੂੰ ਡਿੱਗਣ ਨਹੀਂ ਦਵਾਂਗਾ, ਮੈਂ ਤੈਨੂੰ ਲੱਜਾਵਾਨ ਨਹੀਂ ਹੋਣ ਦਵਾਂਗਾ, ਮੈਂ ਤੈਨੂੰ ਆਪਣੇ ਲੋਕਾਂ ਦੇ ਵਿੱਚ ਇੱਛਾ ਕਰਾਂਗਾ। ਆਈ ਐਮ ਯੋਰ ਗॉड। ਜੇ ਤੁਸੀਂ ਪਰਮੇਸ਼ਰ ਦੇ ਇਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਪਰਮੇਸ਼ਰ ਦਾ ਦਾਸ ਫੇਰ ਕਹਿੰਦਾ, ਕੀ ਕਹਿੰਦਾ? ਪ੍ਰਭੂ ਵਿੱਚ ਆਨੰਦਿਤ ਹੋਵੋ। ਕਿਹਦੇ ਵਿੱਚ? ਪ੍ਰਭੂ ਵਿੱਚ। ਪ੍ਰਭੂ ਨੂੰ ਜੇ ਸਵੀਕਾਰ ਕਰ ਲਿਆ ਹੈ, ਫਿਰ ਅਸੀਂ ਆਨੰਦਿਤ ਹੋ ਸਕਦੇ ਹਾਂ। ਕਹਿੰਦਾ ਪ੍ਰਭੂ ਵਿੱਚ ਆਨੰਦਿਤ ਹੋਵੋ। ਮੈਂ ਫੇਰ ਕਹਿੰਦਾ ਹਾਂ ਪ੍ਰਭੂ ਵਿੱਚ ਆਨੰਦਿਤ। ਸੰਸਾਰ ਦੀਆਂ ਵਸਤਾਂ ਨਾਲ ਕੁਛ ਨਾ ਹੋਵੋ। ਕਹਿੰਦੇ ਨਾ, ਮੈਨੂੰ ਘਰ ਮਿਲ ਗਿਆ, ਮੈਨੂੰ ਨੌਕਰੀ ਮਿਲ ਗਈ, ਮੈਨੂੰ ਵੀਜ਼ਾ ਮਿਲ ਗਿਆ, ਜਾਂ ਮੈਨੂੰ ਆਹ ਚੀਜ਼ ਮਿਲ ਗਈ, ਖੁਸ਼ ਨਾ ਹੋਵੋ ਇਸ ਚੀਜ਼ ਤੋਂ। ਇਸ ਗੱਲ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਜੀਵਨ ਦੀ ਪੁਸਤਕ ਦੇ ਵਿੱਚ ਲਿਖਿਆ ਹੈ। ਇਸ ਗੱਲ ਤੋਂ ਖੁਸ਼ ਹੋਵੋ ਕਿ ਤੁਸੀਂ ਪਰਮੇਸ਼ਰ ਦੇ ਨਾਲ ਹੋਵੋਗੇ। ਇਸ ਗੱਲ ਤੋਂ ਖੁਸ਼ ਹੋਵੋ ਕਿ ਤੁਸੀਂ ਪਰਮੇਸ਼ਰ ਦੇ ਹਜ਼ੂਰ ਵਿੱਚ ਸਭ ਪ੍ਰਕਾਰ ਦੀਆਂ ਦਾਤਾਂ ਦੇ ਨਾਲ ਭਰਪੂਰ ਹੋਗੇ। ਸੰਸਾਰਿਕ ਵਸਤਾਂ ਦੀ ਖੁਸ਼ੀ ਅੱਜ ਹੈ, ਕੱਲ ਖਤਮ ਹੋ ਜਾਵੇ। ਇਸ ਲਈ ਮੈਂ ਆਪ ਨੂੰ ਇੱਕੋ ਗੱਲ ਕਹਿੰਦਾ ਹਾਂ, ਪ੍ਰਭੂ ਵਿੱਚ ਆਨੰਦਿਤ ਰਹੋ। ਪ੍ਰਭੂ ਨੇ ਆਪਣਾ ਆਨੰਦ ਭਾਵ ਯਿਸੂ ਮਸੀਹ ਦੇ ਦਿੱਤਾ ਹੈ। ਜੇ ਤੁਸੀਂ ਉਹਨੂੰ ਸਵੀਕਾਰ ਕਰ ਲਿਆ ਹੈ ਤਾਂ ਤੁਸੀਂ ਉਹਦੇ ਆਨੰਦ ਵਿੱਚ ਵਧਦੇ ਜਾਓ। ਜੇ ਨਹੀਂ ਸਵੀਕਾਰ ਕੀਤਾ ਹੈ ਤਾਂ ਉਸ ਆਨੰਦ ਨੂੰ ਸਵੀਕਾਰ ਕਰ ਲਓ। ਪਰਮੇਸ਼ਰ ਦੀ ਸਭ ਪ੍ਰਕਾਰ ਦੀ ਬਰਕਤ ਤੁਹਾਡੇ ਜੀਵਨ ਵਿੱਚ ਆਵੇਗੀ। ਬਾਕੀ ਸਾਡੇ ਭਾਈ ਇੱਥੇ ਹੇਮਰਾਜ ਹੈ। ਜਦੋਂ ਵੀ ਤੁਸੀਂ ਕੁਝ ਪ੍ਰਭੂ ਯਿਸੂ ਮਸੀਹ ਦੇ ਆਨੰਦ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਦੇ ਕੋਲੋਂ ਜਾਣ ਸਕਦੇ ਹੋ। ਪ੍ਰਭੂ ਆਪ ਨੂੰ ਇਸ ਆਨੰਦ ਦੇ ਵਿੱਚ ਵਧਣ ਦੇ ਲਈ ਔਰ ਉਸ ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ।